ਕੋਈ ਵੀ ਆਦਮੀ ਮਹਾਨ ਇਸ ਕਰਕੇ ਨਹੀਂ ਹੁੰਦਾ ਕਿ ਉਸਦਾ ਜਨਮ ਕਿਸੇ ਵੱਡੇ ਖਾਨਦਾਨ ਵਿੱਚ ਹੁੰਦਾ ਹੈ। ਮਹਾਨ ਉਹ ਆਪਣੇ ਕੰਮ ਕਰਕੇ ਹੁੰਦਾ, ਆਪਣੇ ਕੰਮਾਂ ਕਰਕੇ ਹੁੰਦਾ ਹੈ, ਕਿਉਂਕਿ ਉਹ ਆਪਣੇ ਕੰਮ ਨੂੰ ਵਿਸ਼ੇਸ਼ ਢੰਗ ਨਾਲ ਕਰਦਾ ਹੈ ਅਤੇ ਮਹਾਨ ਬਣ ਜਾਂਦਾ ਹੈ। ਗੁੱਡ ਮੋਰਨਿੰਗ ਬੇਟਾ। ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਕ ਰੰਗ ਦਾ ਲੈਸਨ ਨੰਬਰ 9 ਪੜ੍ਹਾਂਗੇ। ਇਹ ਜੀਵਨੀ ਹੈ ਡਾਕਟਰ ਅਬਦੁਲ ਕਲਾਮ ਜੀ ਦੇ ਜੀਵਨ ਬਾਰੇ। ਇਹ ਤੁਹਾਡੀ ਕਿਤਾਬ ਵਿੱਚ ਅੰਤਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਦੇ ਸਿਰਲੇਖ ਹੇਠ ਦਰਜ ਹੈ। ਆਓ ਆਪਾਂ ਡਾਕਟਰ ਅਬਦੁਲ ਕਲਾਮ ਬਾਰੇ ਪੜ੍ਹਦੇ ਹਾਂ। ਮੇਰੇ ਮਰਨ ਉਪਰੰਤ ਛੁੱਟੀ ਦਾ ਐਲਾਨ ਨਾ ਕਰਨਾ। ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਦਿਨ ਵੱਧ ਤੋਂ ਵੱਧ ਕੰਮ ਕਰਨਾ। ਇਹ ਸ਼ਬਦ ਕਹੇ ਸਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਵਿਗਿਆਨੀ ਸਵਰਗੀ ਡਾਕਟਰ APJ ਅਬਦੁਲ ਕਲਾਮ ਨੇ। ਡਾਕਟਰ ਅਬਦੁਲ ਕਲਾਮ ਦਾ ਜਨਮ ਭਾਰਤ ਦੇ ਤਾਮਿਲਨਾਡੂ ਸੂਬੇ ਦੇ ਰਾਮੇਸ਼ਵਰਮ ਵਿੱਚ ਧਨੁਸ਼ਕੋਡੀ ਵਿਖੇ ਇੱਕ ਮੁਸਲਿਮ ਪਰਿਵਾਰ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਜੈਨ ਲਾਬੂਦੀਨ ਅਤੇ ਮਾਂ ਦਾ ਨਾਂ ਆਸ਼ਿਆਮਾ ਸੀ। ਇਹ ਇੱਕ ਸਧਾਰਨ ਪਰਿਵਾਰ ਸੀ। ਕਲਾਮ ਘਰ ਵਿੱਚ ਆਪਣੇ 4 ਭੈਣ ਭਰਾਵਾਂ ਅਤੇ ਇੱਕ ਭੈਣ ਤੋਂ ਛੋਟੇ ਸਨ। ਕਲਾਮ ਦੇ ਪੁਰਖੇ ਵੱਡੇ ਬਜ਼ੁਰਗਾਂ ਦਾ ਕਿਸ਼ਤੀਆਂ ਦਾ ਚੰਗਾ ਚੋਖਾ ਵਪਾਰ ਸੀ। ਕਿਸ਼ਤੀਆਂ ਜਿਹੜੀਆਂ ਸਮੁੰਦਰ ਵਿੱਚ ਚੱਲਦੀਆਂ, ਉਹ ਚੰਗਾ ਚੋਖਾ ਬਹੁਤ ਵਧੀਆ ਵਪਾਰ ਬਿਜ਼ਨਸ ਸੀ। ਪਰ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਉਹ ਕਾਫੀ ਗਰੀਬ ਹੋ ਗਏ। ਇਸ ਲਈ ਅਬਦੁਲ ਕਲਾਮ ਨੂੰ ਅਖਬਾਰ ਵੇਚ ਕੇ ਘਰ ਵਾਲਿਆਂ ਦੀ ਸਹਾਇਤਾ ਕਰਨੀ ਪਈ। ਭਾਵ ਉਹਨਾਂ ਨੇ ਆਪਣੇ ਘਰਦਿਆਂ ਦੀ ਸਹਾਇਤਾ ਕਰਨ ਲਈ ਅਖਬਾਰ ਤੱਕ ਵੇਚੇ। ਸਕੂਲੀ ਪੜ੍ਹਾਈ ਦੌਰਾਨ ਕਲਾਮ ਇੱਕ ਸਧਾਰਨ ਵਿਦਿਆਰਥੀ ਸਨ, ਪਰ ਉਹ ਮਿਹਨਤੀ ਸਨ ਅਤੇ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਦੇ ਸਨ। ਉਹਨਾਂ 'ਚ ਇੱਕ ਜਿਗਿਆਸਾ ਸੀ ਕਿ ਕੁਛ ਨਵਾਂ ਸਿੱਖਿਆ ਜਾਵੇ ਅਤੇ ਉਹ ਮਿਹਨਤੀ ਵੀ ਸਨ। ਉਹਨਾਂ ਦੀ ਅੰਕ ਗਣਿਤ ਦੇ ਵਿਸ਼ੇ ਵਿੱਚ ਵਿਸ਼ੇਸ਼ ਰੁਚੀ ਸੀ। ਰਾਮਾਨਾਥਮਪੁਰਮ ਤੋਂ 10ਵੀਂ ਪਾਸ ਕਰਕੇ ਡਾਕਟਰ ਕਲਾਮ ਨੇ ਤਰਿਚੁਰਾਪੱਲੀ ਤਾਮਿਲਨਾਡੂ ਵਿਖੇ ਸੇਂਟ ਜੋਸਫ ਸਕੂਲ ਤੋਂ ਭੌਤਿਕ ਵਿਗਿਆਨ ਫਿਜ਼ਿਕਸ ਵਿੱਚ BA ਪਾਸ ਕੀਤੀ। ਵਿਗਿਆਨੀ ਵਜੋਂ ਡਾਕਟਰ ਕਲਾਮ ਦਾ ਜੀਵਨ ਸੰਘਰਸ਼ ਭਰਪੂਰ ਰਿਹਾ ਹੈ। ਐਜ਼ ਏ ਸਾਇੰਟਿਸਟ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਸੰਨ 1955 ਈਸਵੀ ਵਿੱਚ ਆਪ ਪੁਲਾੜ ਵਿੱਦਿਆ ਲਈ ਮਦਰਾਸ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਦਾਖਲ ਹੋ ਗਏ। ਪੁਲਾੜ ਅੰਤਰਿਕਸ਼ ਸਪੇਸ। ਉਹ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ ਦਾ ਪਾਇਲਟ ਬਣਨ ਵਾਲੇ ਆਪਣੇ ਸੁਪਨੇ ਤੋਂ ਰਹਿ ਗਏ ਸਨ ਮਤਲਬ ਉਹਨਾਂ ਦਾ ਸੁਪਨਾ ਅਧੂਰਾ ਰਹਿ ਗਿਆ। 1960 ਈਸਵੀ ਵਿੱਚ ਡਾਕਟਰ ਕਲਾਮ ਬਤੌਰ ਵਿਗਿਆਨੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ DRDO ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਇੱਕ ਛੋਟੇ ਹੋਵਰਕ੍ਰਾਫਟ ਕੀ ਹੁੰਦਾ, ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡ ਸਕਣ ਵਾਲਾ ਜਹਾਜ਼ ਦਾ ਨਿਰਮਾਣ ਕਰਕੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਪ੍ਰੋਫੈਸ਼ਨਲ। ਪਰ ਉਹ ਆਪਣੀ ਨੌਕਰੀ ਦੀ ਇਸ ਚੋਣ ਤੋਂ ਸੰਤੁਸ਼ਟ ਨਹੀਂ ਸਨ। ਉਹ ਸੈਟਿਸਫਾਈਡ ਨਹੀਂ ਸਨ ਆਪਣੀ ਨੌਕਰੀ ਤੋਂ। ਫਿਰ ਉਹ ਭਾਰਤੀ ਪੁਲਾੜ ਖੋਜ ਸੰਸਥਾ ISRO ਚਲੇ ਗਏ। ਉੱਥੇ ਉਹ ਪਹਿਲੇ ਭਾਰਤੀ ਲਾਂਚ ਵਹੀਕਲ SLV-111 ਦੇ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਹੋਏ। ਸੰਨ 1982 ਵਿੱਚ ਡਾਕਟਰ ਸਾਹਿਬ ਬਤੌਰ ਡਾਇਰੈਕਟਰ DRDO ਵਿੱਚ ਵਾਪਸ ਆ ਗਏ। ਇੱਥੇ ਉਹਨਾਂ ਨੇ ਸੰਗਠਿਤ ਨਿਰਦੇਸ਼ਤ ਮਿਸਾਈਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸੰਨ 1992 ਈਸਵੀ ਵਿੱਚ ਉਹ ਭਾਰਤੀ ਰੱਖਿਆ ਮੰਤਰੀ ਦੇ ਸੀਨੀਅਰ ਵਿਗਿਆਨਿਕ ਸਲਾਹਕਾਰ ਬਣੇ।
ਇਸ ਅਹੁਦੇ ਪੋਸਟ ਦੀ ਇਸ ਅਹੁਦੇ ਦੀ ਉਹਨਾਂ ਨੇ ਪਰਮਾਣੂ ਪਰਖਾਂ ਦੇ ਵਿਕਾਸ ਦੀ ਮੁਹਿੰਮ ਲਈ ਵਰਤੋਂ ਕੀਤੀ। ਜਿਹੜੇ ਪਰਮਾਣੂ ਪਰਖੇ ਗਏ ਅਤੇ ਉਹਨਾਂ ਦੇ ਵਿਕਾਸ ਵਾਸਤੇ ਜਿਹੜੀ ਲਹਿਰ ਸੀ ਉਹਦੇ ਵਾਸਤੇ ਉਹਨਾਂ ਨੇ ਆਪਣੀ ਇਸ ਪੋਸਟ ਦੀ ਵਰਤੋਂ ਕੀਤੀ। ਮਈ 1998 ਦੀਆਂ ਪੋਖਰਨ 2 ਪਰਖਾਂ, ਜਿਨ੍ਹਾਂ ਵਿੱਚ 5 ਪਰਮਾਣੂ ਯੰਤਰਾਂ ਦਾ ਵਿਸਫੋਟ ਕੀਤਾ ਗਿਆ ਸੀ, ਵਿੱਚ ਡਾਕਟਰ ਕਲਾਮ ਦੀ ਮੁੱਖ ਭੂਮਿਕਾ ਸੀ। ਇਹਨਾਂ ਪਰਖਾਂ ਦੀ ਦੁਨੀਆ ਦੀਆਂ ਹੋਰਨਾਂ ਤਾਕਤਾਂ ਨੇ ਨੁਕਤਾਚੀਨੀ ਕਰਦਿਆਂ ਪਾਬੰਦੀਆਂ ਲਗਾ ਦਿੱਤੀਆਂ। ਨੁਕਤਾਚੀਨੀ ਕਰਨਾ, ਕਮੀਆਂ ਕੱਢਣੀਆਂ, ਦੋਸ਼ ਲੱਭਣੇ, ਤਾਂ ਇਹਨੂੰ ਬੈਨ ਕਰ ਦਿੱਤਾ। ਇਸ ਦੇ ਬਾਵਜੂਦ ਦੇਸ਼ ਦੀ ਰੱਖਿਆ ਦੇ ਖੇਤਰ ਵਿੱਚ ਕਲਾਮ ਇੱਕ ਰਾਸ਼ਟਰੀ ਹੀਰੋ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ। ਵਿਗਿਆਨ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਕਾਰਨ ਕਲਾਮ ਸਾਹਿਬ ਨੂੰ ਖੂਬ ਪ੍ਰਸਿੱਧੀ ਮਿਲੀ। ਮੱਲਾਂ ਮਾਰਨੀਆਂ, ਜਿੱਤ ਪ੍ਰਾਪਤ ਕਰਨੀ। ਸਰਕਾਰੀ ਦਰਬਾਰੇ ਉਹਨਾਂ ਦਾ ਮਾਨ ਸਨਮਾਨ ਵਧਿਆ। ਸੰਨ 2002 ਵਿੱਚ ਰਾਸ਼ਟਰੀ ਸੱਤਾਧਾਰੀ ਲੋਕ ਰਾਜ ਗੱਠਜੋੜ NDA ਦੀ ਮਦਦ ਨਾਲ ਡਾਕਟਰ APJ ਅਬਦੁਲ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਬਣ ਗਏ। ਇਸ ਅਹੁਦੇ ਉੱਪਰ ਵੀ ਉਹਨਾਂ ਨੇ ਚੰਗਾ ਨਾਮਣਾ ਖੱਟਣਾ, ਪ੍ਰਸਿੱਧੀ ਹਾਸਲ ਕਰਨਾ। ਉਹ ਬਹੁਤ ਹੀ ਮਿਲਣਸਾਰ ਸਨ। ਉਹਨਾਂ ਦਾ ਸੁਭਾਅ ਬਹੁਤ ਵਧੀਆ ਸੀ। ਉਹ ਸਭ ਨੂੰ ਖੁਸ਼ ਹੋ ਕੇ ਮਿਲਦੇ ਸਨ। ਉਹਨਾਂ ਨੇ ਆਪਣੇ ਰਾਸ਼ਟਰਪਤੀ ਕਾਲ ਦੀ 5 ਸਾਲਾ ਮਿਆਦ ਦੌਰਾਨ, ਮਿਆਦ ਜਿਹੜੀ ਸਮਾਂ ਹੁੰਦਾ, ਡਿਊਰੇਸ਼ਨ, 5 ਲੱਖ ਨੌਜਵਾਨਾਂ ਨਾਲ ਵਿਅਕਤੀਗਤ ਤੌਰ 'ਤੇ ਮੀਟਿੰਗਾਂ ਕਰਨ ਦਾ ਟੀਚਾ ਮਿਥਣਾ, ਉਦੇਸ਼ ਬਣਾਉਣਾ ਆਪਦਾ, ਕਿ ਰਾਸ਼ਟਰਪਤੀ ਜਿੰਨੀ ਦੇਰ ਉਹ 5 ਸਾਲ ਰਹੇ, 5 ਸਾਲਾਂ ਦੇ ਦੌਰਾਨ ਉਹਨਾਂ ਦਾ ਉਦੇਸ਼ ਸੀ ਕਿ ਉਹ 5 ਲੱਖ ਨੌਜਵਾਨਾਂ ਨੂੰ ਪਰਸਨਲੀ ਮਿਲਣਗੇ, ਉਹਨਾਂ ਨਾਲ ਮੀਟਿੰਗ ਕਰਨਗੇ, ਉਹਨਾਂ ਦੇ ਵਿਊਜ਼ ਜਾਣਨਗੇ। ਉਹਨਾਂ ਨੂੰ ਪੀਪਲਸ ਪ੍ਰੈਜ਼ੀਡੈਂਟ ਕਰਾਰ ਦਿੱਤਾ ਗਿਆ। ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਲੋਕਾਂ ਦਾ ਰਾਸ਼ਟਰਪਤੀ, ਪੀਪਲਸ ਪ੍ਰੈਜ਼ੀਡੈਂਟ ਕਿਹਾ ਜਾਂਦਾ ਹੈ। ਉਹ ਇੰਨੇ ਮਸ਼ਹੂਰ ਹੋ ਗਏ ਸੀ ਲੋਕਾਂ ਵਿੱਚ। ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਮਗਰੋਂ ਡਾਕਟਰ ਕਲਾਮ ਨੇ ਕਈ ਵਿੱਦਿਅਕ ਸੰਸਥਾਵਾਂ ਵਿੱਚ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਦੇਖੋ ਕਿੰਨੀ ਉਹਨਾਂ 'ਚ ਸਾਦਗੀ ਸੀ ਕਿ ਇੱਕ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਕੋਚਿੰਗ ਸੈਂਟਰ ਜਾਂਦੇ, ਇੰਸਟੀਟਿਊਟ ਜਾਂਦੇ ਅਤੇ ਉੱਥੇ ਵਿਜ਼ਿਟਿੰਗ ਪੜ੍ਹਾਉਂਦੇ ਸੀ ਉਹ ਬੱਚਿਆਂ ਨੂੰ। ਉਹ ਸਮੱਸਿਆਵਾਂ ਦੇ ਸੁਝਾਅ ਨਹੀਂ ਬਲਕਿ ਉਹਨਾਂ ਦੇ ਹੱਲ ਦਿੰਦੇ ਸਨ। ਉਹ ਲੋਕਾਂ ਨੂੰ ਸਲਿਊਸ਼ਨ ਦੱਸਦੇ ਸੀ ਪ੍ਰੋਬਲਮਸ ਦਾ। ਦੇਸ਼ ਲਈ ਉਹ ਹਮੇਸ਼ਾ ਫਿਕਰਮੰਦ ਰਹਿੰਦੇ ਸਨ। ਭਾਵ ਉਹਨਾਂ ਨੂੰ ਦੇਸ਼ ਦੀ ਚਿੰਤਾ ਰਹਿੰਦੀ ਸੀ। ਬੇਟਾ, ਅੱਜ ਦੀ ਕਲਾਸ ਵਿੱਚ ਆਪਾਂ ਇਹ ਪਾਠ ਇੰਨਾ ਹੀ ਪੜ੍ਹਾਂਗੇ। ਬਾਕੀ ਕੱਲ੍ਹ ਪੜ੍ਹਾਂਗੇ। ਅਗਲੀ ਕਲਾਸ ਵਿੱਚ ਬਾਕੀ ਚੈਪਟਰ ਪੜ੍ਹਾਂਗੇ।